ਧੰਨ ਗੁਰੂ ਰਾਮਦਾਸ ਪਰਿਵਾਰ ਨਾਲ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਸਾਡੇ ਚੈਨਲ ਦੀ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ। ਬੇਨਤੀ ਕਰਾਂਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ। ਲਾਈਕ ਕਮੈਂਟ ਕਰਕੇ ਆਪਣਾ ਪਿਆਰ ਅਤੇ ਆਸ਼ੀਰਵਾਦ ਜ਼ਰੂਰ ਦਿਆ ਕਰੋ। ਅੱਜ ਅਸੀਂ ਗੱਲ ਕਰਾਂਗੇ ਧੰਨ ਗੁਰੂ ਨਾਨਕ ਦੇਵ ਜੀ ਦੇ ਪਰਉਪਕਾਰਾਂ ਬਾਰੇ। ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ, ਧੰਨ ਗੁਰੂ ਰਾਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਨਾਲ ਹੀ ਦਿੱਤੀ ਹੋਈ ਘੰਟੀ ਨੂੰ ਦਬਾ ਲਓ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਵੀ ਹੁਕਮ ਮੰਨਿਆ, ਸੇਵਾ ਕੀਤੀ, ਮਹਾਰਾਜ ਜੀ ਨੇ ਉਹਨਾਂ ਤੇ ਕਿਰਪਾ ਕੀਤੀ, ਦਇਆ ਕੀਤੀ, ਚੜ੍ਹਦੀ ਕਲਾ ਬਖਸ਼ੀ। ਮਹਾਰਾਜ ਜੀ ਨੇ ਹਰ ਇੱਕ ਮਨੋ ਭਾਵਨਾਵਾਂ ਪੂਰੀਆਂ ਕੀਤੀਆਂ। ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਕਹਿੰਦੇ ਜੋ ਉਸ ਪਰਮਾਤਮਾ ਤੋਂ ਮੰਗੋਗੇ ਉਹੀ ਚੀਜ਼ਾਂ ਮਹਾਰਾਜ ਤੁਹਾਨੂੰ ਦੇਣਗੇ, ਪਰਮਾਤਮਾ ਦੇਵੇਗਾ। ਪਰ ਕਾਰਨ ਕੀ ਹੈ, ਇਸ ਵਿੱਚ ਸਮਝਣ ਦਾ ਯਤਨ ਕਰਿਓ। ਜੋ ਮੰਗ ਹੈ ਠਾਕੁਰ ਆਪਣੇ ਤੇ ਪਹਿਲਾਂ ਉਸ ਪਰਮਾਤਮਾ ਨੂੰ ਆਪਣਾ ਬਣਾਉਣਾ ਪੈਣਾ, ਉਸ ਪਰਮਾਤਮਾ ਨੂੰ ਆਪਣਾ ਸਮਝਣਾ ਪੈਣਾ। ਸਾਧ ਸੰਗਤ ਜੀ, ਆਪਾਂ ਪੜ੍ਹਦੇ ਹਾਂ ਰੋਜ਼ ਆਨੰਦ ਸਾਹਿਬ ਜੀ ਦੀ ਬਾਣੀ ਵਿੱਚ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਪਰਮਾਤਮਾ ਦੇ ਘਰ ਵਿੱਚ ਬਹੁਤ ਕੁਝ ਹੈ, ਬੜੀਆਂ ਦਾਤਾਂ ਨੇ, ਪਰ ਮਿਲਦੀਆਂ ਕਿਵੇਂ ਐ? ਸੁਖਮਨੀ ਸਾਹਿਬ ਦੀ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਕਹਿੰਦੇ ਜੇ ਤੂੰ ਚਾਹੁੰਦਾ ਵੀ ਮੈਨੂੰ ਹਰ ਤਰ੍ਹਾਂ ਦੇ ਫਲ ਪ੍ਰਾਪਤ ਹੋਣ, ਮੇਰੇ ਕੋਲ ਮਾਇਆ ਹੋਵੇ, ਧੀਆਂ ਪੁੱਤਰ ਹੋਣ, ਸੋਹਣਾ ਕਾਰੋਬਾਰ ਹੋਵੇ, ਸਰੀਰ ਦੀ ਤੰਦਰੁਸਤੀ ਹੋਵੇ, ਤੇ ਕਹਿੰਦੇ ਸਾਧ ਸੰਗਤ ਦੀ ਸੇਵਾ ਕਰਿਆ ਕਰ, ਗੁਰੂ ਦੀ ਸੇਵਾ ਕਰਿਆ ਕਰ, ਉਹਦੇ ਹੁਕਮ ਵਿੱਚ ਚੱਲਿਆ ਕਰ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕਹਿੰਦੇ ਜਿਹੜੇ ਉਹਦੇ ਹੁਕਮ ਵਿੱਚ ਚੱਲਣਗੇ ਉਹੀ ਫਿਰ ਸਦਾ ਸੁਖ ਪਾਉਣਗੇ। ਇਹ ਹੁਕਮ ਹੈ ਮਹਾਰਾਜ ਜੀ ਦਾ, ਭਾਣੇ ਵਿੱਚ ਰਹਿਣਾ, ਹੁਕਮ ਵਿੱਚ ਚੱਲਣਾ, ਮਰਿਆਦਾ ਵਿੱਚ ਚੱਲਣਾ, ਫੇਰ ਹੀ ਗੁਰੂ ਖੁਸ਼ ਹੁੰਦਾ ਹੈ। ਗੁਰੂ ਤਰੁੱਠ ਕੇ ਫਿਰ ਕਿਰਪਾ ਕਰਦਾ ਹੈ, ਫਿਰ ਰਿੱਧੀਆਂ ਸਿੱਧੀਆਂ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ। ਮਾਇਆ ਤਾਂ ਫਿਰ ਭਗਤਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ। ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਾਣੀ ਦਾ ਜਾਪ ਹੁੰਦਾ ਹੈ, ਜਿਹੜੇ ਸੁਬਾਹ ਉੱਠ ਕੇ ਰੋਜ਼ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ ਨੇਮ ਦੇ ਨਾਲ, ਮਹਾਰਾਜ ਫਿਰ ਉੱਥੇ ਬਰਕਤ ਕਰਦਾ ਹੈ। ਉੱਥੇ ਫਿਰ ਕਿਸੇ ਚੀਜ਼ ਦੀ ਤੋਟ ਨਹੀਂ ਆਉਂਦੀ, ਮਾਇਆ ਦੇ ਭੰਡਾਰੇ ਲੱਗ ਜਾਂਦੇ ਆ। ਮਹਾਰਾਜ ਜੀ ਨੇ ਉਪਦੇਸ਼ ਦਿੱਤਾ, ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਤੇ ਪਹਿਲਾ ਕਰਮ ਹੈ ਸਾਡਾ ਕਿਰਤ ਕਰਨਾ। ਸਾਧ ਸੰਗਤ ਜੀ, ਕਿਰਤ ਬਹੁਤ ਜ਼ਰੂਰੀ ਹੈ। ਮਹਾਰਾਜ ਕਹਿੰਦੇ, ਗੁਰੂ ਨਾਨਕ ਦੇਵ ਜੀ ਕਹਿੰਦੇ, ਜਿਹੜਾ ਕਿਰਤ ਕਰਕੇ ਆਪਣੀ ਕਮਾਈ ਵਿੱਚੋਂ 10ਵਾਂ ਹਿੱਸਾ ਗੁਰੂ ਦੀ ਸੇਵਾ ਵਿੱਚ ਲਾਵੇਗਾ, ਦਸਵੰਧ ਕੱਢੇਗਾ, ਕਹਿੰਦੇ ਮਹਾਰਾਜ ਕਹਿੰਦੇ ਉਹਨੂੰ 1000 ਗੁਣਾ ਅਸੀਂ ਫਲ ਦੇਵਾਂਗੇ, 1000 ਗੁਣਾ ਪ੍ਰਫੁੱਲਿਤ ਹੋਵੇਗਾ। ਜਿਹੜੇ ਜਪਜੀ ਸਾਹਿਬ ਪੜ੍ਹਦੇ ਨੇ ਰੋਜ਼ 11 ਪਾਠ, 21 ਪਾਠ, 101 ਪਾਠ, ਜਿਹੜੇ ਨੇਮ ਨਾਲ ਰਟਨ ਕਰਦੇ ਨੇ, ਜਪਦੇ ਨੇ, ਸਮਝ ਲਓ ਉਹਨਾਂ ਨੇ ਆਪਣੀ ਬਾਂਹ ਗੁਰੂ ਨਾਨਕ ਦੇਵ ਜੀ ਨੂੰ ਫੜਾ ਰੱਖੀ ਹੈ। ਤੇ ਗੁਰੂ ਨਾਨਕ ਉਹਨਾਂ ਦੀ ਬਾਂਹ ਫਿਰ ਕਦੇ ਛੱਡੇਗਾ ਨਹੀਂ। ਉਹ ਭਾਵੇਂ ਨਰਕ ਦੇ ਦੁਆਰੇ ਤੇ ਜਾਵੜੇ, ਮਹਾਰਾਜ ਬਾਂਹ ਫੜ ਕੇ ਲੈ ਆਉਣਗੇ। ਸਾਧ ਸੰਗਤ ਜੀ, ਜਦੋਂ ਗੁਰੂ ਕਿਰਪਾ ਕਰੇ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ। ਜਿਸ ਦੇ ਸਿਰ ਤੇ ਗੁਰੂ ਨਾਨਕ ਨੇ ਹੱਥ ਰੱਖ ਲਿਆ, ਫਿਰ ਦੁੱਖ ਉਹਦੇ ਨੇੜੇ ਨਹੀਂ ਆ ਸਕਦਾ। ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਬਿਰਦ ਦਾ ਭਾਵ ਹੁੰਦਾ ਹੈ ਉਹਦਾ ਸੁਭਾਅ, ਉਹਦਾ ਮੁੱਢ ਕਦੀਮਾਂ ਦਾ ਸੁਭਾਅ ਹੈ, ਆਪਣੇ ਭਗਤਾਂ ਦੀ ਸਦਾ ਹੀ ਰੱਖਦਾ ਹੈ ਉਹ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਦੋਨੋਂ ਪੁੱਤਰ ਨਾਲ ਲੈ ਕੇ, ਨਾਲ ਭਾਈ ਲਹਿਣਾ ਜੀ ਤੁਰੇ ਜਾਂਦੇ ਨੇ। ਰਸਤੇ ਵਿੱਚ ਹੱਥ ਵਿੱਚ ਇੱਕ ਭਾਂਡਾ ਫੜਿਆ ਹੋਇਆ ਸੀ, ਬਹੁਤ ਸੋਹਣਾ। ਮਹਾਰਾਜ ਜੀ ਨੇ ਵਗਾ ਕੇ ਮਾਰਿਆ, ਚਿੱਕੜ ਵਿੱਚ ਸੁੱਟ ਦਿੱਤਾ। ਪੁੱਤਰ ਨੂੰ ਕਿਹਾ, ਵੱਡੇ ਪੁੱਤਰ ਸ਼੍ਰੀ ਚੰਦ, ਜਾ ਇਸ ਚਿੱਕੜ ਵਿੱਚੋਂ ਇਸ ਭਾਂਡੇ ਨੂੰ ਕੱਢ ਕੇ ਲੈ ਆ। ਸ਼੍ਰੀ ਚੰਦ ਜੀ ਅੱਗੋਂ ਕਹਿਣ ਲੱਗੇ, ਪਿਤਾ ਜੀ ਜੇਕਰ ਕੱਢਣਾ ਸੀ ਤੁਸੀਂ ਸੁੱਟਿਆ ਹੀ ਕਿਉਂ?
ਇਹਨੂੰ ਸੁੱਟਿਆ ਕਿਉਂ ਤੁਸੀਂ? ਕੋਈ ਗੱਲ ਨਹੀਂ ਪਿਤਾ ਜੀ, ਮੇਰੇ ਸੋਹਣੇ ਵਸਤਰ ਪਾਏ ਨਹੀਂ, ਜੇ ਮੈਂ ਚਿੱਕੜ ਵਿੱਚ ਵੜਾਂਗਾ ਤੇ ਮੇਰੇ ਵਸਤਰ ਖਰਾਬ ਹੋ ਜਾਣਗੇ। ਆਪਣੇ ਕੋਲ ਬੜੀ ਮਾਇਆ, ਆਪਾਂ ਹੋਰ ਲੈ ਲਾਂਗੇ ਭਾਂਡਾ। ਮਹਾਰਾਜ ਜੀ ਨੇ ਛੋਟੇ ਨੂੰ ਕਿਹਾ, ਲਖਮੀ ਦਾਸ ਤੂੰ ਕੱਢ ਲਿਆ। ਉਹੀ ਜਵਾਬ ਲਖਮੀ ਦਾਸ ਨੇ ਦਿੱਤਾ। ਫਿਰ ਕਿਹਾ, ਭਾਈ ਲੈਣਿਆ ਜਾ ਚਿੱਕੜ ਵਿੱਚੋਂ ਇਸ ਭਾਂਡੇ ਨੂੰ ਕੱਢ ਲਿਆ। 7 ਬਚਨ ਕਹਿ ਕੇ ਭਾਈ ਲਹਿਣਾ ਜੀ ਚਿੱਕੜ ਵਿੱਚ ਵੜ ਗਏ ਤੇ ਭਾਂਡੇ ਨੂੰ ਕੱਢ ਲਿਆ। ਵਸਤਰ ਬੜੇ ਸੋਹਣੇ ਪਾਏ ਸੀ, ਵਸਤਰ ਖਰਾਬ ਹੋ ਗਏ, ਪਰ ਗੁਰੂ ਜੀ ਦਾ ਬਚਨ ਕਮਾਇਆ। ਸਾਧ ਸੰਗਤ ਜੀ ਫਿਰ ਅੱਗੇ ਗਏ, ਕਿੱਕਰ ਦੀ ਛਾਵੇਂ ਬੈਠ ਗਏ। ਬੱਚੇ ਕਹਿਣ ਲੱਗੇ, ਪਿਤਾ ਜੀ ਭੁੱਖ ਲੱਗੀ ਹੈ। ਮਹਾਰਾਜ ਕਹਿਣ ਲੱਗੇ, ਪੁੱਤਰੋ ਆ ਕਿੱਕਰ ਤੇ ਚੜੋ, ਉੱਪਰ ਚੜ ਕੇ ਇਸ ਨੂੰ ਹਿਲਾ ਦਿਓ, ਉੱਪਰੋਂ ਮਠਿਆਈਆਂ ਡਿੱਗਣਗੀਆਂ। ਕਹਿਣ ਲੱਗੇ, ਪਿਤਾ ਜੀ ਤੁਸੀਂ ਕਿਤੇ ਪਾਗਲ ਤਾਂ ਨਹੀਂ ਹੋ ਗਏ? ਕਿਹੋ ਜੀਆਂ ਗੱਲਾਂ ਕਰਦੇ ਹੋ? ਕਦੇ ਕਿੱਕਰਾਂ ਤੋਂ ਵੀ ਕਦੇ ਮਠਿਆਈਆਂ ਡਿੱਗੀਆਂ? ਨਹੀਂ ਬਚਨ ਮੰਨਿਆ। ਲੈਣਿਆ ਤੂੰ ਚੜ ਉੱਪਰ, ਕਿੱਕਰ ਨੂੰ ਹਿਲਾ। 7 ਬਚਨ ਕਹਿ ਕੇ ਉੱਪਰ ਚੜ ਗਏ। ਕਿੱਕਰ ਹਿਲਾਈ, ਉੱਪਰੋਂ ਮਠਾਈਆਂ ਡਿੱਗਣੀਆਂ ਸ਼ੁਰੂ ਹੋ ਗਈਆਂ। ਅਚਰਜ ਕੌਤਕ ਕੀਤਾ। ਮਹਾਰਾਜ ਘਰ ਗਏ। ਰਾਤ ਦਾ ਸਮਾਂ ਹੋਇਆ, 2 ਵਜੇ ਦਾ ਟਾਈਮ, 2 ਵਜੇ ਦਾ ਸਮਾਂ ਹੋਇਆ। ਮਹਾਰਾਜ ਗੁਰੂ ਨਾਨਕ ਦੇਵ ਜੀ ਉੱਠੇ, ਸ਼੍ਰੀ ਚੰਦ ਨੂੰ ਹਿਲਾਉਣਿਆ, ਪੁੱਤਰ ਵੇਖ ਸਵੇਰ ਹੋ ਗਈ, ਅੰਮ੍ਰਿਤ ਵੇਲਾ ਹੋ ਗਿਆ, ਚੱਲ ਆਪਾਂ ਨਦੀ ਤੇ ਕੱਪੜੇ ਧੋਣ ਚੱਲੀਏ। ਸ਼੍ਰੀ ਚੰਦ ਜੀ ਉੱਠੇ, ਵੇਖਿਆ ਹਜੇ ਤਾਂ ਅੱਧੀ ਰਾਤ ਹੋਈ ਹੈ, ਹੁਣ ਕਿਵੇਂ? ਪਿਤਾ ਜੀ ਤੁਹਾਨੂੰ ਭੁਲੇਖਾ ਪੈ ਗਿਆ, ਤੁਸੀਂ ਹੁਣ ਬਜ਼ੁਰਗ ਹੋ ਗਏ ਹੋ, ਤੁਹਾਨੂੰ ਪਤਾ ਨਹੀਂ ਲੱਗ ਰਿਹਾ, ਹਜੇ ਅੱਧੀ ਰਾਤ ਹੈ। ਪੈ ਗਏ। ਲਖਮੀ ਦਾਸ ਕੋਲ ਗਏ, ਉਸਨੇ ਵੀ ਬਚਨ ਨਹੀਂ ਮੰਨਿਆ। ਫੇਰ ਭਾਈ ਲਹਿਣਾ ਜੀ ਕੋਲ ਗਏ, ਲੈਣਿਆ ਅੰਮ੍ਰਿਤ ਵੇਲਾ ਹੋ ਗਿਆ, ਸਵੇਰ ਹੋ ਚੱਲੀ ਹੈ, ਚੱਲ ਕੱਪੜੇ ਚੁੱਕ ਤੇ ਨਦੀ ਤੇ ਧੋਣ ਚੱਲੀਏ। 7 ਬਚਨ ਕਹਿ ਕੇ ਨਾਲ ਤੁਰ ਪਏ। ਪਤਾ ਸੀ ਅੱਧੀ ਰਾਤ ਦਾ ਸਮਾਂ। ਬਚਨ ਮੰਨਿਆ ਗੁਰੂ ਨਾਨਕ ਦੇਵ ਜੀ ਦਾ। ਸਾਧ ਸੰਗਤ ਜੀ, ਇਹਨਾਂ ਸਾਖੀਆਂ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ, ਜਿਹੜਾ ਗੁਰੂ ਨਾਨਕ ਦਾ ਬਚਨ ਕਮਾਵੇਗਾ, ਗੁਰੂ ਨਾਨਕ ਉਹਦੀਆਂ ਝੋਲੀਆਂ ਭਰ ਦੇਣਗੇ। ਸੰਗਤ ਜੀ, ਫੇਰ ਉਹੀ ਭਾਈ ਲਹਿਣਾ ਗੁਰੂ ਨਾਨਕ ਦੀ ਗੱਦੀ ਦਾ ਹੱਕਦਾਰ ਬਣਿਆ। ਮਹਾਰਾਜ ਕਹਿੰਦੇ, ਲੈਣਿਆ ਤੂੰ ਲੈਣਾ ਸੀ ਤੇ ਮੈਂ ਦੇਣਾ ਸੀ। ਐਸੀ ਕਮਾਈ ਅੰਗਦ ਬਣ ਗਏ ਲੈਣੇ ਤੋਂ। ਕਹਿੰਦੇ ਇਹੀ ਹੈ ਗੁਰੂ ਨਾਨਕ ਦੀ ਅਗਲੀ ਜੋਤ। ਸਾਧ ਸੰਗਤ ਜੀ, ਰੋਜ਼ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਪੜ੍ਹੀਏ, ਗੁਰੂ ਨਾਨਕ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਡੀ ਬਾਹ ਫੜ ਕੇ ਰੱਖੀ, ਸਾਡੀ ਲਾਜ ਰੱਖ ਲੈ। ਅਸੀਂ ਤਾਂ ਭੁੱਲਣਹਾਰ ਹੈ, ਤੂੰ ਬਖਸ਼ਣਹਾਰ ਹੈ, ਕਿਰਪਾ ਕਰ ਬਖਸ਼ ਲਈ। ਜਪਜੀ ਸਾਹਿਬ ਦੇ ਵਿੱਚ ਬ੍ਰਹਮ ਗਿਆਨ ਛੁਪਿਆ। ਜਪਜੀ ਸਾਹਿਬ ਦੀ ਬਾਣੀ ਵਿੱਚ ਬ੍ਰਹਮ ਗਿਆਨ ਹੈ। ਜਿਹੜਾ ਇਸ ਬਾਣੀ ਦੇ 11 ਪਾਠ ਰੋਜ਼ ਕਰੇਗਾ, ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ। ਸੋ ਸਾਧ ਸੰਗਤ ਜੀ, ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ। ਇਸੇ ਤਰ੍ਹਾਂ ਗੁਰਬਾਣੀ ਦੀ ਸਾਂਝ ਪਾਉਂਦੇ ਰਹੀਏ। ਸਮੁੱਚੀ ਟੀਮ ਨੂੰ ਆਸ਼ੀਰਵਾਦ ਦਿਓ। ਧੰਨ ਗੁਰੂ ਰਾਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਕਮੈਂਟ ਵਿੱਚ ਜਾ ਕੇ ਵਾਹਿਗੁਰੂ ਲਿਖਣਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।